ਭਗਤ ਕਬੀਰ ਸਾਹਿਬ ਦਾ ਇੱਕ ਬਚਨ ਆਉਂਦਾ ਬਾਣੀ ਦੇ ਅੰਦਰ ਕਿ ਭਗਤ ਭਗਵਤ ਪੀਰ, ਭਗਵਤ ਪੀਰ ਸਕਤ ਸਿਮਰਨ ਕੀ, ਕਾਟੀ ਕਾਲ ਪਹਿ ਫਾਸੀ। ਦਾਸ ਕਬੀਰ ਚੜਿਓ ਗੜ੍ਹ ਉੱਪਰ ਰਾਜ ਲਿਓ ਬਨਾਸੀ। ਭਗਤ ਕਬੀਰ ਸਾਹਿਬ ਜੀ ਕਹਿ ਰਹੇ ਆ ਵੀ ਮੈਂ ਜਦੋਂ ਰੱਬ ਦੇ ਪਿਆਰਿਆਂ ਦੇ ਕੋਲ ਬੈਠਾ ਨਾ, ਭਗਵਤ ਭੀਰ, ਭੀਰ ਮੈਨੇ ਇਕੱਠ, ਇਹਨਾਂ ਕਹਿੰਦੇ ਉੱਥੇ ਬੜੀ ਭੀੜ ਇਕੱਠੀ ਹੋਈ ਸੀ। ਜਿੱਦਾਂ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਨੇ ਕਿ ਸਾਧ ਸੰਗਤ ਕੀ ਭੀੜ ਜੋ ਪਾਈ। ਭੀੜ ਦਾ ਮਤਲਬ ਹੁੰਦਾ ਬਹੁਤ ਵੱਡਾ ਇਕੱਠ। ਉੱਥੇ ਗਏ ਸਾਂ, ਬੜੀ ਭੀੜ ਸੀ। ਗੁਰੂ ਅਰਜਨ ਸਾਹਿਬ ਕਹਿੰਦੇ ਨੇ ਸਾਧ ਸੰਗਤ ਕੀ ਭੀੜ ਜੋ ਪਾਈ। ਜਿੱਥੇ ਰੱਬ ਦੇ ਪਿਆਰੇ ਇਕੱਠੇ ਹੋ ਜਾਣ, ਜਿੱਥੇ ਉਹਨਾਂ ਦੀ ਭੀੜ ਪੈ ਜਾਵੇ। ਹਾਲਾਂਕਿ ਸਾਧੂਆਂ ਦੀ ਭੀੜ ਨਹੀਂ ਹੁੰਦੀ, ਸਾਧੂ ਟਾਵਾਂ ਟਾਵਾਂ ਹੀ ਹੁੰਦਾ ਹੈ। ਜਿਸ ਤਰ੍ਹਾਂ ਤੁਲਸੀਦਾਸ ਨੇ ਕਿਹਾ ਨਾ ਵੀ ਚੰਦਰ ਤਰਨਾ ਬਨ ਬਨ ਸਾਧਨ ਪੁਰ ਪੁਰ ਗਾਏ। ਚੰਦਨ ਹਰੇਕ ਥਾਂ 'ਤੇ ਨਹੀਂ ਹੁੰਦਾ, ਕਿੱਕਰਾਂ ਹੁੰਦੀਆਂ ਨੇ, ਤੂਤ ਹੁੰਦੇ ਨੇ, ਚੰਦਨ ਕੋਈ ਵਿਰਲਾ ਹੀ ਹੁੰਦਾ ਹੈ। ਅਤੇ ਸਾਧਨ ਪੁਰ ਪੁਰ ਗਾਏ, ਹਰ ਪਿੰਡ ਵਿੱਚ ਹਰ ਸ਼ਹਿਰ ਵਿੱਚ ਕੋਈ ਸਾਧੂ ਨਹੀਂ ਹੁੰਦਾ। ਮਰ ਕਹਿੰਦੇ ਜਿੱਥੇ ਸਾਧੂ ਇਕੱਠੇ ਹੋ ਜਾਣ, ਸਾਧ ਸੰਗਤ ਕੀ ਭੀੜ ਜੋ ਪਾਈ। ਇਹ ਗੁਰੂ ਦੇ ਦਰ 'ਤੇ ਬੈਠਣ ਵਾਲੀ ਸੰਗਤ ਜਿੱਥੇ ਬਹਿ ਜਾਵੇ, ਫਿਰ ਕੀ ਹੁੰਦਾ? ਗੁਰੂ ਅਰਜਨ ਸਾਹਿਬ ਕਹਿੰਦੇ ਤੋ ਨਾਨਕ ਹਰ ਸੰਗ ਮਿਰੀਆ। ਰੱਬ ਦਾ ਮਿਲਣ ਸਾਰ ਸੰਗਤ ਦੇ ਇਕੱਠ ਵਿੱਚੋਂ ਹੀ ਹੁੰਦਾ ਹੈ। ਸਾਰ ਸੰਗਤ ਬਿਨ ਤਰਿਓ ਨਾ ਕੋਇ। ਇੱਥੇ ਭਗਤ ਕਬੀਰ ਸਾਹਿਬ ਸ਼ਬਦ ਵਰਤਨੇ ਭਗਵਤ ਭੀਰ। ਉੱਥੇ ਗੁਰੂ ਅਰਜਨ ਸਾਹਿਬ ਨੇ ਭੀੜ ਲਿਖਤਾ ਸੀ, ਇੱਥੇ ਕਬੀਰ ਸਾਹਿਬ ਭੀਰ ਲਿਖਦੇ ਨੇ। ਕਹਿੰਦੇ ਜਿੱਥੇ ਸੰਗਤ ਇਕੱਠੀ ਹੋਈ ਹੋਵੇ, ਉਹ ਸੰਗਤ ਜੈ ਸਤਿਗੁਰ ਤੈ ਸਤ ਸੰਗਤ ਬਣਾਈ। ਕੋਈ ਇਕੱਠ ਦਾ ਨਾਮ ਸੰਗਤ ਨਹੀਂ ਹੈ। ਇਕੱਠ ਤੇ ਮਦਾਰੀ ਵੀ ਕਰ ਲੈਂਦੇ ਨੇ, ਇਕੱਠ ਤੇ ਨੱਚਣ ਵਾਲਿਆਂ ਦਾ ਬੜਾ ਹੁੰਦਾ ਹੈ, ਇਕੱਠ ਤੇ ਗਾਉਣ ਵਾਲਿਆਂ ਦੇ ਬੜਾ ਹੁੰਦਾ ਹੈ, ਇਕੱਠ ਤੇ ਜਿੱਥੇ ਲੋਕੀ ਖੇਡਾਂ ਖੇਡਦੇ ਨੇ, ਇੱਕ ਦੂਜੇ ਨੂੰ ਘਸੁੰਨ ਮਾਰਦੇ ਨੇ, ਉੱਥੇ ਸਭ ਤੋਂ ਵੱਡਾ ਇਕੱਠ ਉੱਥੇ ਹੁੰਦਾ ਹੈ। ਇਕੱਠ ਦਾ ਕੋਈ ਅਹਿਮੀਅਤ ਨਹੀਂ ਹੈ। ਉਹ ਇਕੱਠ ਕਿਸ ਦਾ ਵਾ ਅਤੇ ਕਿਸ ਵਾਸਤੇ ਹੋਇਆ ਇਕੱਠਾ, ਉਹ ਭੀੜ ਕਿਸ ਵਾਸਤੇ ਇਕੱਠੀ ਹੋਈ। ਸਾਹਿਬ ਕਹਿੰਦੇ ਸਾਧ ਸੰਗਤ ਕੀ ਭੀੜ ਜੋ ਪਾਈ। ਜਿੱਥੇ ਜਪਣ ਵਾਲੇ ਬੈਠੇ ਹੋਣ, ਜਿੱਥੇ ਪ੍ਰੇਮੀ ਬੈਠੇ ਹੋਣ, ਜਿੱਥੇ ਧਿਆਉਣ ਵਾਲੇ ਬੈਠੇ ਹੋਣ, ਜਿਹਨੂੰ ਕਹਿੰਦੇ ਨਿਤ ਤਿਤ ਜਾਹੇ ਬਹੁ ਸਤ ਸੰਗਤੀ। ਜਿੱਥੇ ਹਰ ਕਾ ਹਰ ਨਾਮ ਬਲੋਈਏ, ਸਹਿਜੇ ਹੀ ਹਰ ਨਾਮ ਲੋ ਹਰ ਤਤ ਨ ਖੋਈਏ। ਜਿੱਥੇ ਰੱਬ ਦੇ ਪਿਆਰੇ ਬੈਠੇ ਹੋਣ, ਜਿਹਨੂੰ ਕਹਿੰਦੇ ਨੇ ਸਿੱਧ ਸਭਾ ਕਰ ਆਸਨ ਬੈਠੇ, ਸੰਤ ਸਭਾ ਜੈਕਾਰੋ। ਅਸੀਂ ਨਮਸਕਾਰ ਕਰਦੇ ਉਹਨਾਂ ਪਿਆਰਿਆਂ ਨੂੰ। ਅਤੇ ਕਬੀਰ ਦੇ ਕੋਲ ਸਾਧੂਆਂ ਦੀ ਭੀੜ ਲੱਗੀ ਰਹਿੰਦੀ ਹੁੰਦੀ ਸੀ, ਕਿਉਂਕਿ ਆਏ ਸੰਤ ਪ੍ਰਾਹੁਣੇ ਸਾਧੂਆਂ ਦੇ ਘਰ। ਸਾਧੂ ਨਹੀਂ ਆਉਣਾ ਹੈ, ਸਾਖਤ ਨੇ ਨਹੀਂ ਆਉਣਾ। ਆਊਗਾ ਤਾਂ ਨਿਰਾਸ਼ ਹੋ ਕੇ ਤੁਰ ਜਾਊਗਾ, ਕਿਉਂਕਿ ਉੱਥੇ ਉਹਦੀ ਖੁਰਾਕ ਨਹੀਂ ਹੈ ਸਾਖਤ ਦੀ। ਬਗ ਡੱਡਾਂ ਭਾਲਣ ਜਾਵੇ, ਸਰਵਰ ਹੰਸ ਧੁਰੇ ਹੀ ਮੇਲਾ। ਸੰਗਤ ਸਰਵਰ ਹੁੰਦੀ ਹੈ, ਸਰੋਵਰ ਹੁੰਦਾ। ਅਤੇ ਮਾਨ ਸਰੋਵਰਾਂ 'ਤੇ ਕੇਵਲ ਹੰਸ ਹੁੰਦੇ ਨੇ, ਬਗਲੇ ਨਹੀਂ। ਬਗਲੇ ਛੱਪੜਾਂ 'ਤੇ ਹੁੰਦੇ। ਭਗਤ ਕਬੀਰ ਸਾਹਿਬ ਦੇ ਕੋਲ ਸਾਧੂ ਮਹਾਤਮਾ ਦੀ ਭੀੜ ਲੱਗੀ ਰਹਿੰਦੀ ਹੈ।
ਉਹਨਾਂ ਨੇ ਜ਼ਿਕਰ ਵੀ ਕੀਤਾ, ਇੱਕ ਦੋਏ ਮੰਦਰ, ਇੱਕ ਦੋਏ ਬਾਟ, ਦੋ ਚਾਰ ਮੇਰੇ ਕੋ ਉੱਥੇ ਕਬੀਰ ਸਾਹਿਬ ਕੋ ਬੈਠੇ ਹੁੰਦੇ ਸੀ। ਹਾਲਾਂਕਿ ਰੋਸ ਵਾ ਘਰਦਿਆਂ ਦਾ ਵੀ ਬਹਿਣੇ ਨਹੀਂ ਚਾਹੀਦੇ ਕਬੀਰ ਕੋ ਆਣ ਕੇ, ਉਹ ਤਾਂ ਵਿਹਲੜ ਨੇ, ਅਤੇ ਕਬੀਰ ਨੂੰ ਵੀ ਧੰਦੇ ਤੋਂ ਢਾਹ ਕੇ ਅਤੇ ਬਹਿ ਜਾਂਦੇ ਨੇ। ਹਾਂਜੀ, ਇੱਕ ਦੋਏ ਮੰਦਰ, ਇੱਕ ਦੋਏ ਬਾਟ, ਬਾਟ ਮੈਨੇ ਰਸਤਾ, ਇੱਕ ਦੋ ਮੰਦਰ 'ਚ ਬੈਠੇ ਹੁੰਦੇ ਨੇ, ਕਬੀਰ ਦੇ ਝੁੱਗੀ 'ਚ ਬੈਠੇ ਹੁੰਦੇ ਨੇ, ਦੋ ਹੋਰ ਤੁਰੇ ਆਉਂਦੇ ਨੇ। ਅਤੇ ਹਮਕੋ ਸਾਥਰ ਉਨ ਕੋ ਖਾਟ, ਸਾਨੂੰ ਕਹਿੰਦੇ ਦਰੀਆਂ ਵਿਛਾ ਲਓ, ਪਰਾਂ ਹੋ ਕੇ ਬਹਿ ਜਾਓ ਬੋਰੀਆਂ 'ਤੇ, ਅਤੇ ਆਏ ਸਾਧੂ ਵਾਸਤੇ ਮੰਜਾ ਡੱਠ ਜਾਂਦਾ। ਪਰ ਹੁਣ ਕਦਰ ਸੀ ਨਾ ਕਬੀਰ ਸਾਹਿਬ ਨੂੰ ਕਿ ਸਾਧੂ ਕੀ ਹੁੰਦੇ ਨੇ। ਹੁਣ ਤਾਂ ਚਲੋ ਜਿੰਨੇ ਡੇਰੇ ਨੇ ਇਸ ਵੇਲੇ ਅਖੌਤੀ ਬਾਬੇ ਨੇ, ਸਭ ਬਦਮਾਸ਼ੀ ਦਾ ਰੂਪ ਧਾਰਨ ਕਰ ਗਏ ਨੇ। ਕੋਈ ਕਿਸੇ ਕਦੇ ਨੂੰ ਛੱਡ ਕੇ ਸਭ ਬਦਮਾਸ਼ੀ। ਅਤੇ ਜਿਹੜਾ ਬਦਮਾਸ਼ੀ ਨਹੀਂ ਕਰਦਾ ਉਹ ਪੈਸਾ ਕਮਾ ਰਿਹਾ, ਡੇਰਿਆਂ 'ਤੇ ਬੈਠਾ ਹੈ, ਸਭ ਉਹੀ ਕੁਛ ਹੀ ਆ। ਉਹ ਕਬੀਰ ਸਾਹਿਬ ਕਹਿੰਦੇ ਨੇ ਇਹ ਜਿਹੜੀ ਸਾਧੂ ਮਹਾਤਮਾ ਦੀ ਭੀੜ ਮੇਰੇ ਦੁਆਲੇ ਬੈਠੀ ਹੋਈ ਹੈ ਨਾ, ਭਗਵਤ ਭੀਰਾ, ਅਤੇ ਕੀ ਹੁੰਦਾ ਇਸ ਭੀੜ ਵਿੱਚੋਂ, ਕੀ ਮਿਲਦਾ ਹੈ? ਇਸ ਭੀੜ ਵਿੱਚੋਂ ਸਿਮਰਨ ਮਿਲਦਾ ਹੈ। ਅਤੇ ਸਿਮਰਨ ਵਿੱਚੋਂ ਕੀ ਮਿਲਦਾ ਹੈ? ਸਕਤ ਸਿਮਰਨ ਕੀ, ਭਗਵਤ ਭੀਰਾ ਸਕਤ ਸਿਮਰਨ ਕੀ। ਕਬੀਰ ਸਾਹਿਬ ਕਹਿੰਦੇ ਜਦੋਂ ਸਾਧੂਆਂ ਦੀ ਭੀੜ ਵਿੱਚ ਮੈਂ ਬੈਠਾ ਅਤੇ ਸਿਮਰਨ ਦੀ ਬਰਕਤ ਦੇ ਨਾਲ ਮੈਨੂੰ ਸ਼ਕਤੀ ਮਿਲ ਗਈ। ਅਤੇ ਇਹ ਸ਼ਕਤੀ ਛੋਟੀ ਮੋਟੀ ਨਹੀਂ ਹੈ। ਮੈਂ ਅੱਜ ਵੀ ਇੱਕ ਪੋਸਟ ਪਾਈ ਸੀ ਕਿ ਬਾਹਰੀ ਸ਼ਕਤੀ ਉਹ ਬੰਦਾ ਇਕੱਠੀ ਕਰਦਾ ਜਿਹੜਾ ਅੰਦਰਲੀ ਸ਼ਕਤੀ ਗਵਾ ਚੁੱਕਾ ਹੈ। ਬਾਹਰੀ ਸ਼ਕਤੀ ਉਸ ਬੰਦੇ ਨੂੰ ਇਕੱਠੀ ਕਰਨੀ ਪੈਂਦੀ ਜਿਹੜਾ ਅੰਦਰੋਂ ਸ਼ਕਤੀ ਗਵਾ ਚੁੱਕਾ ਹੈ। ਅਤੇ ਬਾਹਰੀ ਸ਼ਕਤੀ ਕੀ ਹੈ? ਧਨ। ਧਨਵਾਨ ਵੀ ਸ਼ਕਤੀਵਾਨ ਹੁੰਦਾ ਹੈ। ਬਾਹਰੀ ਸ਼ਕਤੀ ਕੀ ਹੈ? ਲਸ਼ਕਰ, ਫੌਜ, ਹਥਿਆਰ, ਬਦਮਾਸ਼, ਗੁੰਡੇ ਨਾਲ ਰੱਖਦੇ ਨੇ ਆਪਣੇ, ਇਹ ਸ਼ਕਤੀ ਹੈ। ਦੌਲਤ ਸ਼ਕਤੀ ਹੈ, ਅਹੁਦਾ ਸ਼ਕਤੀ ਹੈ, ਅਤੇ ਫੌਜ ਵੀ ਕੋਲ ਰੱਖਣੀ, ਲਸ਼ਕਰ ਵੀ ਕੋਲ ਰੱਖਣਾ, ਇਹ ਵੀ ਇੱਕ ਸ਼ਕਤੀ ਦਾ ਪ੍ਰਤੀਕ ਹੈ। ਔਰ ਦੇਸ਼ ਦੇ ਅੰਦਰ 26 ਜਨਵਰੀ ਨੂੰ ਆਪਣੀ ਸ਼ਕਤੀ ਦਾ ਜਿਹੜੀ ਆ ਆਪਣੀ ਨੁਮਾਇਸ਼ ਲਾਈ ਜਾਂਦੀ ਹੈ। ਸਾਡੇ ਕੋਲ ਕਿੰਨੇ ਬੰਦੂਕਾਂ ਨੇ, ਸਾਡੇ ਕੋਲ ਕਿੰਨੇ ਟੈਂਕ ਨੇ। 26 ਜਨਵਰੀ ਜਿਹੜਾ ਗਣਤੰਤਰ ਦਿਵਸ। ਦੁਨੀਆ ਬਿਮਾਰੀਆਂ ਨਾਲ ਜੂਝ ਰਹੀ ਹੈ। ਗਰੀਬਾਂ ਦੇ ਕੋਠੇ ਢੱਠੇ ਪਏ ਨੇ ਮੀਂਹਾਂ ਦੇ ਵਿੱਚ। ਗਰੀਬ ਕੋ ਖਾਣ ਨੂੰ ਰੋਟੀ ਨਹੀਂ ਹੈ ਅਤੇ ਇਹ ਨਿੱਤ ਨਵੇਂ ਜਹਾਜ਼ ਖਰੀਦ ਕੇ, ਵੱਡੇ ਵੱਡੇ ਬੰਬ ਖਰੀਦ ਕੇ ਸਟੋਰ ਕਰੀ ਜਾਂਦੇ ਨੇ ਅਤੇ ਸਾਲ ਪਿੱਛੋਂ ਪ੍ਰਦਰਸ਼ਨੀ ਲਾਉਂਦੇ ਨੇ। ਕਿਹੜੇ ਰਾਹ ਮਨੁੱਖਤਾ ਤੁਰੀ ਹੋਈ ਹੈ। ਆਹ ਨਵਾਂ ਸਿਆਪਾ ਖੜਾ ਕਰ ਲਿਆ ਹੁਣ ਕਿ 2022 ਦੇ ਵਿੱਚ 15 ਅਗਸਤ ਆ ਰਹੀ, ਥੋੜ੍ਹੇ ਦਿਨ ਰਹਿ ਗਏ, 5-7 ਦਿਨ। ਘਰ ਘਰ ਵਿੱਚ ਤਿਰੰਗਾ ਲਾ ਦਿਓ। ਹੱਦ ਹੋ ਗਈ। 20 ਰੁਪਏ ਦਾ ਇੱਕ ਝੰਡਾ ਹੈ ਅਤੇ ਕਿੰਨੇ ਕਰੋੜਾਂ ਅਰਬਾਂ ਰੁਪਏ ਤੁਸੀਂ ਦੇਸ਼ ਦੇ ਬਰਬਾਦ ਕਰੋਗੇ ਝੰਡਿਆਂ ਪਿੱਛੇ। ਤੁਸੀਂ ਇਹ 20 ਰੁਪਏ ਹਰ ਘਰ 'ਚੋਂ ਇਕੱਠੇ ਕਰਕੇ ਕੋਈ ਗਰੀਬਾਂ ਨੂੰ ਕੋਠੇ ਪਾ ਦਿਓ, ਪਤਾ ਲੱਗੇ ਦੇਸ਼ ਆਜ਼ਾਦ ਹੋਇਆ ਤੁਹਾਡਾ। ਇਹ ਕੀ ਕਰਨਾ ਚਾਹੁੰਦਾ ਮਨੁੱਖ? ਕੀ ਬਣਿਆ, ਕੀ ਫਿਰਦਾ ਮਨੁੱਖ? ਚਲੋ ਉਹ ਤਾਂ ਸਿਆਸੀ ਬੰਦੇ ਨੇ, ਉਹਨਾਂ ਨੂੰ ਤਾਂ ਮਾਫ਼ ਕੀਤਾ ਜਾ ਸਕਦਾ ਹੈ। ਅਤੇ ਧਰਮੀ ਬੰਦੇ ਵੀ ਇਹ ਕਹਿਣ ਵੀ ਹਰ ਘਰ ਵਿੱਚ ਕੇਸਰੀ ਨਿਸ਼ਾਨ ਚਲਾ ਦਿਓ, ਇਹਨਾਂ ਨੂੰ ਤਾਂ ਕਦੇ ਵੀ ਨਹੀਂ ਮਾਫ਼ ਕੀਤਾ ਜਾ ਸਕਦਾ। ਤੁਸੀਂ ਕਿਹੜੇ ਧਰਮ ਨੂੰ ਮੰਨਦੇ ਹੋ?
ਇਹ ਧਰਮ ਇਹ ਸਿਖਾਉਂਦਾ ਕਿ ਨਫ਼ਰਤ ਦੀਆਂ ਗੱਲਾਂ ਫੈਲਾਓ ਧਰਤੀ ਉੱਤੇ। ਇਹ ਧਰਮ ਆ ਨਫ਼ਰਤ ਪੈਦਾ ਕਰਨੀ। ਅੱਗੇ ਪੰਜਾਬ ਦੇ ਅੰਦਰ 13,000 ਪਿੰਡ ਹੈ, ਚਲੋ 12,000 ਲਾ ਲਓ ਤੁਸੀਂ, ਅਤੇ 3-3 4-4 ਨਿਸ਼ਾਨ ਸਾਹਿਬ 100-100 ਫੁੱਟੇ ਹਰ ਪਿੰਡ ਵਿੱਚ ਝੁੱਲਣ ਦੇ ਨੇ। 12-13,000 ਪੰਜਾਬ ਵਿੱਚ ਪਿੰਡ ਹੈ, ਅਤੇ ਹਰ ਪਿੰਡ ਵਿੱਚ ਕਿਸੇ 4 ਵਾ, ਕਿਤੇ 3 ਵਾ, ਕਿਤੇ 5 ਵਾ, ਕਿਤੇ 7 ਵਾ, ਕਿਸੇ ਪਿੰਡ 'ਚ 8-8 ਨਿਸ਼ਾਨ ਸਾਹਿਬ 100-100 ਫੁੱਟੇ ਝੁੱਲਣ ਦੇ ਨੇ। ਅਤੇ ਬੜਿਆਂ ਦੀਆਂ ਲੱਤਾਂ ਟੁੱਟ ਗਈਆਂ ਇਹਨਾਂ ਤੋਂ ਡਿੱਗ ਕੇ, ਬੜਿਆਂ ਦੀਆਂ ਮੌਤਾਂ ਹੋ ਚੁੱਕੀਆਂ ਨੇ। ਅਤੇ 12 ਤੇ 36 ਯਾਨੀ ਕਿ 50,000 ਨਿਸ਼ਾਨ ਸਾਹਿਬ ਪਿੰਡ ਪੰਜਾਬ ਦੇ ਪਿੰਡਾਂ ਵਿੱਚ ਆ। 50,000। ਅਤੇ ਜੇ ਵਿੱਚ ਸ਼ਹਿਰਾਂ ਕਸਬਿਆਂ ਦਾ ਵੀ ਜੋੜ ਦਿੱਤਾ ਜਾਵੇ, ਮੇਰੇ ਹਿਸਾਬ ਨਾਲ ਲੱਖ ਦੇ ਲਾਗੇ ਹੋ ਜਾਣਾ ਹੈ। ਬਾਬਿਆਂ ਦੇ ਡੇਰੇ ਵੱਖਰੇ ਨੇ, ਕਾਰਸੇ ਵਾਲਿਆਂ ਦੇ ਡੇਰੇ ਵੱਖਰੇ ਨੇ, ਸ਼ਹਿਰਾਂ ਦੇ ਗੁਰਦੁਆਰੇ ਵੱਖਰੇ ਨੇ। ਜੇ ਟੋਟਲ ਸਾਰਿਆਂ ਨੂੰ ਜੋੜ ਲਿਆ ਜਾਵੇ, ਮੇਰੇ ਹਿਸਾਬ ਨਾਲ 1 ਲੱਖ ਨਿਸ਼ਾਨ ਸਾਹਿਬ ਪੰਜਾਬ ਦੀ ਧਰਤੀ 'ਤੇ ਝੁੱਲ ਰਿਹਾ। ਹੋਰ ਤੁਸੀਂ ਕੀ ਚਾਹੁੰਦੇ ਜੇ? ਹੁਣ 1 ਲੱਖ ਨਾਲ ਤੁਹਾਡਾ ਕੁਛ ਨਹੀਂ ਬਣਿਆ। ਇਹ ਪਤਾ ਨਹੀਂ ਕਿਉਂ ਧਾਰਮਿਕ ਲੋਕ ਕਿਉਂ ਇਸ ਤਰ੍ਹਾਂ ਦੀਆਂ ਸਟੇਟਾਂ ਆਪਣੀਆਂ ਵਿਚਾਰਾਂ ਕਰਕੇ ਅਤੇ ਕਿਉਂ ਲੋਕਾਂ ਨੂੰ ਗੁੰਮਰਾਹ ਕਰਦੇ। ਰੱਬ ਖੈਰ ਕਰੇ। ਮੈਂ ਕਹਿ ਰਿਹਾ ਸੀ ਕਿ ਮਨੁੱਖ ਜਦੋਂ ਸ਼ਕਤੀਵਾਨ ਹੁੰਦਾ ਅਤੇ ਆਪਣੀ ਸ਼ਕਤੀ ਦਾ ਉਹ ਪ੍ਰਦਰਸ਼ਨ ਕਰਦਾ ਅਤੇ ਆਪਣੇ ਘਰ ਉੱਤੇ ਝੰਡਾ ਝੁਲਾ ਲੈਂਦਾ ਪੁਰਾਣੇ ਸਮੇਂ 'ਚ। ਅਤੇ ਕਬੀਰ ਸਾਹਿਬ ਕਹਿੰਦੇ ਨੇ ਇਹ ਤਾਂ ਦੁਨੀਆ ਦੀ ਸ਼ਕਤੀ ਹੈ। ਦੌਲਤ ਇੱਕ ਸ਼ਕਤੀ ਹੈ, ਫੌਜ ਇੱਕ ਸ਼ਕਤੀ ਹੈ, ਧਨ ਇੱਕ ਸ਼ਕਤੀ ਹੈ, ਇੱਕ ਅਹੁਦਾ ਵੱਡੀ ਸ਼ਕਤੀ ਹੁੰਦੀ। ਅਹੁਦਾ ਵੀ ਕਿਸੇ ਨੂੰ ਵੱਡਾ ਅਹੁਦਾ, ਕੋਈ DC ਹੈ, ਕੋਈ ਜੱਜ ਹੈ, ਕੋਈ ਪ੍ਰਧਾਨ ਮੰਤਰੀ ਆ, ਕੋਈ ਮੁੱਖ ਮੰਤਰੀ ਆ, ਕੋਈ ਉਹ ਸ਼ਕਤੀਆਂ ਨੇ। ਉਹਨਾਂ ਦੀ ਉਂਗਲ ਵਿੱਚ ਬੜੀ ਸ਼ਕਤੀ। ਇੱਥੋਂ ਐ ਨਹਿਰ ਕੱਢ ਦੀ ਉਂਗਲੀ ਕਰਨੀ ਉਹਨਾਂ ਨੇ, ਮੁੱਖ ਮੰਤਰੀ ਅਤੇ ਪ੍ਰਧਾਨ ਮੰਤਰੀ ਦੀ ਉਂਗਲ ਵਿੱਚ ਹੀ ਸ਼ਕਤੀ। ਐਂ ਕਰ ਦਿਓ, ਇੱਥੇ ਸੜਕ ਬਣਾਓ, ਬਣ ਜਾਣੀ ਸ਼ਕਤੀ ਆ ਉਹ। ਪਰ ਤੂੰ ਭਗਤਾਂ ਕੇ ਵਸ, ਭਗਤਾਂ ਤਾਣ ਤੇਰਾ। ਜਿਹੜੀ ਸ਼ਕਤੀ ਭਗਤਾਂ ਦੇ ਕੋਲ ਹੈ, ਜਿਹੜੀ ਅੱਜ ਕਬੀਰ ਸਾਹਿਬ ਨੇ ਕਿਹਾ ਕਿ ਭਗਵਤ ਭੀਰ ਸਕਤ ਸਿਮਰਨ ਕੀ। ਸ਼ਕਤੀ ਸਿਮਰਨ ਦੀ ਸ਼ਕਤੀ ਹੈ। ਇਹ ਜਿਨ੍ਹਾਂ ਨੇ ਸਾਧਾਂ ਦੇ ਕੋਲ ਬਹਿ ਕੇ ਸਿਮਰਨ ਕੀਤਾ, ਉਹਨਾਂ ਦੇ ਕੋਲ ਬੜੀ ਪਾਵਰ ਹੁੰਦੀ ਹੈ। ਉਹ ਕਹਿੰਦੇ ਨੇ ਇੱਥੇ ਹੋ ਜੇ, ਸਾਰਾ ਸ਼ਹਿਰ ਸਾਰਾ ਪਿੰਡ ਇੱਥੇ ਹੋ ਸਕਦਾ ਹੈ। ਉਹਨਾਂ ਦੇ ਕਹਿਣ ਨਾਲ ਹੀ ਐਡੀ ਸ਼ਕਤੀ ਹੁੰਦੀ ਉਹ। ਪਾਣੀ ਇੱਕ ਸ਼ਕਤੀ ਹੈ, ਅੱਗ ਇੱਕ ਸ਼ਕਤੀ ਹੈ, ਪਰ ਨਾ ਤੇ ਭਗਤਾਂ ਦਾ ਕੋਈ ਪਾਣੀ ਵਿਗਾੜ ਸਕਿਆ ਅਤੇ ਨਾ ਕੋਈ ਅੱਗ ਵਿਗਾੜ ਸਕੀ। ਭਗਤਾਂ ਦੇ ਕੋਲ ਇਹਨਾਂ ਨਾਲੋਂ ਵੀ ਵੱਡੀ ਸ਼ਕਤੀ ਹੈ। ਆਵਦ ਕਟਿਓ ਨਾ ਜਾਤ। ਕੋਈ ਸ਼ਸਤਰ ਵੀ ਇੱਕ ਸ਼ਕਤੀ ਹੈ, ਗੋਲਾ ਬੰਦੂਕ ਸ਼ਕਤੀਆਂ ਨੇ। ਦੁਨੀਆਦਾਰ ਦੀ ਸ਼ਕਤੀ ਕੁਝ ਸੀਮਾ ਤੱਕ ਵਾ, ਅਸੀਮ ਨਹੀਂ ਹੈ। ਸਿਕੰਦਰ ਵਰਗੇ ਵੀ ਮੌਤ ਇੱਕ ਸ਼ਕਤੀ ਆ, ਉਹਦੇ ਅੱਗੇ ਹਾਰ ਗਏ। ਸਿਕੰਦਰ ਵਰਗੇ ਏਡੇ ਏਡੇ ਜੇਤੂ ਬਾਦਸ਼ਾਹ ਮੌਤ ਅੱਗੇ ਉਹ ਵੀ ਆਪਣੀ ਹਾਰ ਮੰਨ ਗਏ। ਚੜ੍ਹਦੀ ਜਵਾਨੀ 28-32 ਸਾਲ ਦੇ ਵਿੱਚ ਸਿਕੰਦਰ ਇਸ ਧਰਤੀ ਤੋਂ ਵਿਦਾ ਹੋ ਗਿਆ। ਕਿਸੇ ਨੇ ਬੜਾ ਸੁੰਦਰ ਲਿਖਿਆ ਕਿ ਸਾਧੂ ਮਹਾਤਮਾ ਦੇ ਕੋਲ ਕਿਹੜੀ ਸ਼ਕਤੀ ਹੁੰਦੀ ਹੈ। ਉਹ ਲਿਖਦਾ ਕਿ ਹਮ ਵੋ ਸਿਕੰਦਰ ਹੈ, ਹਮ ਵੋ ਸਿਕੰਦਰ ਹੈ। ਉਹ ਸਿਕੰਦਰ ਨਹੀਂ ਜਿਹਨੇ ਦੁਨੀਆ ਜਿੱਤੀ ਆ। ਉਹ ਸਾਧੂ ਮਹਾਤਮਾ ਦੇ ਬਾਰੇ ਲਿਖਦਾ ਕੋਈ ਵਿਦਵਾਨ, ਦਰਵੇਸ਼ ਵੋ ਸਿਕੰਦਰ ਹੈ ਜੋ ਲਸ਼ਕਰ ਨਹੀਂ ਰੱਖਤੇ।
ਇਹ ਸਾਧੂ ਦੀ ਨਿਸ਼ਾਨੀ। ਦਰਵੇਸ਼ वो ਸਿਕੰਦਰ ਹੈ ਜੋ ਲਸ਼ਕਰ ਨਹੀਂ ਰੱਖਦੇ। ਅੱਜ ਰੱਖੀਆਂ ਨੇ ਬੰਦੂਕਾਂ ਇਹਨਾਂ ਨੇ, ਡੇਰਿਆਂ ਦੇ ਸਾਧਾਂ ਨੇ। ਬਸ ਇਹ ਸਿਕੰਦਰ ਨੇ, ਇਹ ਦਰਵੇਸ਼ ਨਹੀਂ ਹੈ, ਇਹ ਸਿਕੰਦਰ ਨੇ। ਉਹ ਕਹਿੰਦਾ ਦਰਵੇਸ਼ वो ਸਿਕੰਦਰ ਹੈ ਜੋ ਲਸ਼ਕਰ ਨਹੀਂ ਰੱਖਦੇ, ਫੌਜ ਨਹੀਂ ਰੱਖਦੇ ਸਾਧੂ। ਉਹਨਾਂ ਦੀ ਸਾਧੂਆਂ ਦੀ ਇਹੋ ਤਾਂ ਵੱਡੀ ਨਿਸ਼ਾਨੀ ਹੁੰਦੀ। ਸਾਧੂ ਮੋਰਚੇ ਨਹੀਂ ਬਣਾਉਂਦੇ, ਮੁਕਾਬਲੇ ਸਾਧੂ ਨਹੀਂ ਕਰਦੇ। ਨਾ 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 ਨਾ, ਇਹ ਬਾਬਾ ਵੀਰ ਸਿੰਘ ਵਰਗਿਆਂ ਨੂੰ ਪੁੱਛੋ, ਕੱਲ ਲੰਮੀ ਨਾ ਹੋ ਜੇ। ਦਰਵੇਸ਼ वो ਸਿਕੰਦਰ ਹੈ ਜੋ ਲਸ਼ਕਰ ਨਹੀਂ ਰੱਖਦੇ, ਫੌਜ ਨਹੀਂ ਰੱਖਦੇ। ਤੇ ਫਿਰ ਕਰਦੇ ਕੀ ਆ ਉਹ ਜੇ ਫੌਜ ਨਹੀਂ ਰੱਖਦੇ? ਕਿਉਂ? ਉਹਨਾਂ ਨੂੰ ਪਤਾ ਹੈ ਜਾਮ ਗੁਰੂ ਹੋਏ ਵੱਲ ਲੱਖ ਬਾਹੇ ਕਿਆ ਕੀਜੈ। ਤੂੰ ਭਗਤਾਂ ਕੇ ਵਸ, ਭਗਤਾਂ ਤਾਣ ਤੇਰਾ। ਕਿਸੇ ਨੂੰ ਮਾਇਆ ਦਾ ਤਾਣ, ਗਾਵੇ ਕੋ ਤਾਣ, ਹੋਵੇ ਕਿਸੇ ਤਾਣ। ਪਰ ਜਿਦ ਕੋ ਰੱਬ ਦੀ ਸ਼ਕਤੀ ਹੋਵੇ, ਰੱਬ ਦਾ ਤਾਣ ਹੋਵੇ, ਲਸ਼ਕਰ ਦਾ ਤਾਣ ਨਾ ਹੋਵੇ, ਮਾਇਆ ਦਾ ਤਾਣ ਨਾ ਹੋਵੇ, ਅਹੁਦੇ ਦਾ ਤਾਣ ਨਾ ਹੋਵੇ। ਭਗਤ ਗਰੀਬ ਹੁੰਦੇ ਨੇ, ਘਰ ਵਿੱਚ ਆਟਾ ਨਹੀਂ ਹੁੰਦਾ, ਪਰ ਸਭ ਤੋਂ ਵੱਡੀ ਸ਼ਕਤ ਭਗਤਾਂ ਦੇ ਅੰਦਰ ਹੁੰਦੀ। ਦਰਵੇਸ਼ वो ਸਿਕੰਦਰ ਹੈ ਜੋ ਲਸ਼ਕਰ ਨਹੀਂ ਰੱਖਤੇ, ਮੁਹੱਬਤ ਸੇ ਦਿਲੋਂ ਕੋ ਫਤਿਹ ਕਰਤੇ। ਉਹਨਾਂ ਦੇ ਕੋਲ ਲਸ਼ਕਰ ਕਿਹੜਾ ਹੈ? ਪਿਆਰ ਦਾ, ਮੁਹੱਬਤ ਦਾ। ਮੁਹੱਬਤ ਸੇ ਦਿਲੋਂ ਕੋ ਫਤਿਹ ਕਰਤੇ। ਉਹ ਦਿਲਾਂ ਉੱਤੇ ਫਤਿਹ ਪਾਉਂਦੇ ਨੇ ਦਰਵੇਸ਼। ਅਤੇ ਜਿਹੜੇ ਦੁਨੀਆਦਾਰ ਸਿਕੰਦਰ ਨੇ ਉਹ ਧਰਤੀ ਉੱਤੇ ਫਤਿਹ, ਅਤੇ ਉਹਨਾਂ ਦੀਆਂ ਧਰਤੀ ਉੱਤੇ ਪਈਆਂ ਹੋਈਆਂ ਫਤਿਹ ਫਿਰ ਹਾਰ ਵਿੱਚ ਬਦਲ ਜਾਂਦੀਆਂ ਨੇ। ਅਤੇ ਮੈਂ ਕਹਿ ਰਿਹਾ ਸੀ ਜੇ ਸਿਕੰਦਰ ਵਰਗੇ ਮੌਤ ਦੀ ਸ਼ਕਤੀ ਅੱਗੇ ਹਾਰ ਗਏ, ਅਤੇ ਭਗਤ ਕਬੀਰ ਸਾਹਿਬ ਕਹਿੰਦੇ ਨੇ ਭਗਵਤ ਭੀੜ, ਜਿਹੜੀ ਸਾਧੂਆਂ ਦੀ ਭੀੜ ਹੁੰਦੀ ਆ, ਅਥਵਾ ਜਿਹੜੀ ਸੰਗਤ ਹੁੰਦੀ ਆ, ਸਕਤ ਸਿਮਰਨ ਕੀ। ਫਿਰ ਉਹਦੇ ਵਿੱਚ ਬੈਠਿਆਂ ਸਿਮਰਨ ਦੀ ਸ਼ਕਤੀ ਬੰਦੇ ਦੇ ਅੰਦਰ ਕੰਮ ਕਰਦੀ ਆ। ਬੰਦਾ ਬੜਾ ਕਮਜ਼ੋਰ, ਇਹਦੀ ਵਿਚਾਰ ਜਿਹੜੀ ਸਿਮਰਤੀ ਆ ਬੰਦੇ ਦੀ ਬੜੀ ਕਮਜ਼ੋਰ ਆ, ਪਾਣੀ ਤੇ ਲੀਕ ਵਾਂਗੂ ਆ। ਬੜੀ ਛੇਤੀ ਭੁੱਲ ਜਾਂਦਾ, ਇਹਦੇ ਕੀਤੇ ਕੌਲ ਕਰਾਰਾਂ ਨੂੰ ਬੜੀ ਛੇਤੀ ਭੁੱਲ ਜਾਂਦਾ। ਪਰ ਕਬੀਰ ਸਿੰਘ ਨੇ ਜਿਹੜੀ ਮੈਨੂੰ ਸਖਤ ਸਿਮਰਨ ਕੀ, ਉਹਦੇ ਨਾਲ ਕੀ ਹੋਇਆ ਹੈ? ਕੱਟੀ ਕਾਲ ਭੈ ਫਾਸੀ। ਕਹਿੰਦੇ ਭਗਤ ਦੇ ਕੋਲ ਉਹ ਸ਼ਕਤੀ ਹੁੰਦੀ ਜਿਹਦੇ ਨਾਲ ਮੌਤ ਨੂੰ ਵੀ ਉਹ ਖਤਮ ਕਰ ਦਿੰਦਾ ਹੈ। ਦੇਖੋ ਹੁਣ ਪਾਣੀ ਸ਼ਕਤੀ ਆ, ਕਬੀਰ ਨੂੰ ਕੁਛ ਨਹੀਂ ਕਰ ਰਿਹਾ। ਅੱਗ ਸ਼ਕਤੀ ਆ, ਸਭ ਨੂੰ ਭਸਮ ਕਰ ਦਿੰਦੀ ਹੈ, ਪਰ ਪ੍ਰਹਲਾਦ ਨੂੰ ਨਹੀਂ ਖਤਮ ਕਰਦੀ। ਉਹ ਬੈਠਾ ਰਹਿੰਦਾ 8 ਦਿਨ ਅੱਗ ਦੇ ਵਿੱਚ। ਇਹ ਸ਼ਕਤੀ ਆ। ਇਸ ਕਰਕੇ ਭਗਤਾਂ ਤੂੰ ਭਗਤਾਂ ਕੇ ਵਸ, ਭਗਤਾਂ ਤਾਣ ਤੇਰਾ। ਤਾਣ ਤੁਮਾਰੇ ਸੁਖ ਵਸਾਂ। ਭਗਤਾਂ ਦੇ ਕੋਲ ਰੱਬ ਦਾ ਬਲ ਹੁੰਦਾ ਹੈ, ਰੱਬ ਦੀ ਸ਼ਕਤੀ ਹੁੰਦੀ ਹੈ, ਅਤੇ ਉਸ ਸ਼ਕਤੀ ਤੋਂ ਉੱਪਰ ਕੋਈ ਨਹੀਂ ਹੈ। ਜਾਂ ਤੇ ਉੱਪਰ ਕੋ ਨਹੀਂ, ਉਸ ਸ਼ਕਤੀ ਤੋਂ ਉੱਪਰ ਸਾਰੀਆਂ ਹੀ ਸ਼ਕਤੀਆਂ। ਦੁਨੀਆ 'ਤੇ ਮੈਂ ਫਿਰ ਕਹਿੰਦਾ ਬੜੀਆਂ ਬੜੀਆਂ ਸ਼ਕਤੀਆਂ ਨੇ, ਤਾਕਤਾਂ ਨੇ, ਪਾਵਰਾਂ ਨੇ, ਪਰ ਜਿਹੜੀ ਸ਼ਕਤ, ਜਿਹੜੀ ਪਾਵਰ ਮਹਾਂਪੁਰਖਾਂ ਦੇ ਬਚਨਾਂ ਵਿੱਚ ਹੁੰਦੀ ਆ। ਦੁਨੀਆ ਤੋਂ ਮਹਾਂਪੁਰਖ ਤੁਰ ਗਏ, ਬਚਨ ਕਰ ਗਏ, ਅਜੇ ਤੱਕ ਹਵਾ ਪਾਣੀ ਉਹਨਾਂ ਦੇ ਹੁਕਮ ਵਿੱਚ। ਜੇ ਕਹਿਤਾ ਸਾਧੂ ਨੇ ਐਨੂੰ ਨਹੀਂ ਦਰਿਆ ਵਗੂਗਾ, ਇੱਧਰ ਜਾਊਗਾ, ਅਜੇ ਤੱਕ ਦਰਿਆ ਮੁੜ ਕੇ ਉਸ ਪਾਸੇ ਨਹੀਂ ਆਇਆ ਜਿੱਧਰ ਸਾਧੂਆਂ ਨੇ ਇਸ਼ਾਰਾ ਕਰ ਦਿੱਤਾ। ਜੇ ਕਿਸੇ ਨੇ ਆਤਾ ਤੈਨੂੰ ਅੱਗ ਲੱਗੇ, ਤਾਂ ਕਈ ਸਾਲ ਹੋ ਗਏ ਉੱਥੇ ਅੱਗ ਲੱਗਦੀ ਹੈ। ਇਹ ਉਹਨਾਂ ਦੇ ਬਚਨਾਂ ਵਿੱਚ ਸ਼ਕਤੀ ਹੈ। ਇਹ ਸ਼ਕਤੀ ਕਿੱਥੋਂ ਮਿਲੀ? ਕਬੀਰ ਸਾਹਿਬ ਕਹਿੰਦੇ ਸਾਧੂਆਂ ਦੀ ਸੰਗਤ ਕੀਤਿਆਂ, ਰੱਬ ਦਾ ਸਿਮਰਨ ਕੀਤਿਆਂ, ਭਗਤ ਪੀਰ ਸਕਤ ਸਿਮਰਨ ਕੀ, ਕੱਟੀ ਕਾਲ ਪੈ ਫਾਸੀ।